किसी लखायक के गवाह नहीं। तो लो फिर अपने फेसबुक वाले मित्र प्यारों ने भी शामिल करते हैं। साडे नाल स्टूडियो के विशेष तौर पर अज अजय बल जी हाज़र हो गए ने। सो उन्होंने नाल गल्लां बातां जिहड़ियां ने वो होणगियां, लेकिन कुछ बोल जिहड़े राजवीर जवंदे दी कली दे उस दे नाल शुरुआत। वेलकम बैक दोस्तों, एक बार फिर जिथे तुहानूं जी आयां नूं आखदे हां उत्थे याद कराउणा चाहांगे कि अज दे इस प्रोग्राम दे विच न्यूजीलैंड दे 2021 दे बजट दे बारे जिहड़े मुख पॉइंट्स ने, हाईलाइट्स ने, उन्हां उत्ते चर्चा करन दे लई नैशनल पार्टी दे जाणे पछाणे कारकुन वीर अजय बल साडे नाल हाज़र हो गए ने। ਵੱਖ-ਵੱਖ ਸਮਿਆਂ ਦੇ ਉੱਤੇ ਉਹ ਕਮਿਊਨਿਟੀ ਦੇ ਨਾਲ ਸਾਂਝ ਪਾਉਂਦੇ ਨੇ। ਵੱਖ-ਵੱਖ ਜਿਹੜੀਆਂ ਭਾਈਚਾਰੇ ਦੀਆਂ ਸਰਗਰਮੀਆਂ ਨੇ ਉਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਹਮੇਸ਼ਾ ਯਕੀਨੀ ਹੁੰਦੀ ਹੈ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਭਾਜੀ, ਬਹੁਤ ਬਹੁਤ ਧੰਨਵਾਦ ਜੀ ਰੇਡੀਓ ਸਪਾਈਸ ਦਾ। ਦੇਖਣ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਜੇ ਜੀ, ਪਹਿਲਾਂ ਤਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਸਾਡੇ ਸੱਦੇ ਉੱਤੇ ਇੱਥੇ ਪਹੁੰਚਦੇ ਹੋ ਅਤੇ ਉਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੂਜੀ ਗੱਲ, ਬਜਟ ਨੂੰ ਲੈ ਕੇ ਕੀ ਉਮੀਦਾਂ ਸਨ ਤੁਹਾਨੂੰ, ਕਿਉਂਕਿ ਤੁਸੀਂ ਖੁਦ ਵੀ ਇਸ ਮੁਲਕ ਦੇ ਵਿੱਚ ਆ ਕੇ ਇੱਕ ਮਾਈਗਰੈਂਟ ਦੇ ਤੌਰ ਤੇ ਆਪਣੇ ਪੈਰ ਜਮਾਏ ਔਰ ਹੋਰ ਵੀ ਭਾਈਚਾਰੇ ਦੇ ਬਹੁਤ ਸਾਰੇ ਪ੍ਰੋਜੈਕਟ, ਭਾਈਚਾਰੇ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਪੋਰਟ ਕਰਦੇ ਹੋ ਤੁਸੀਂ ਵੱਖ-ਵੱਖ ਸਮਿਆਂ ਤੇ ਔਰ ਕਰ ਰਹੇ ਹੋ। ਇਸ ਸਾਰੇ ਮਾਮਲੇ ਦੇ ਵਿੱਚ ਬਜਟ ਤੋਂ ਕੀ ਉਮੀਦਾਂ ਸਨ, ਕਿਹੜੀਆਂ ਉਮੀਦਾਂ ਸੀ ਜਿਹੜੀਆਂ ਪੂਰੀਆਂ ਹੋਈਆਂ ਤੇ ਕਿਹੜੀਆਂ ਨਹੀਂ ਹੋਈਆਂ ਤੁਹਾਡੀ ਨਜ਼ਰ ਦੇ ਵਿੱਚ? ਜ਼ਰੂਰ। ਵੇਖੋ, ਅੱਜ ਜਿਹੜੀ ਆਪਾਂ ਚਰਚਾ ਇਹ ਕਰ ਰਹੇ ਹਾਂ, ਬੇਸਿਕਲੀ ਇਹ ਮੈਂ ਕੋਈ ਫਾਈਨੈਂਸ਼ੀਅਲ ਐਕਸਪਰਟ ਨਹੀਂ ਹੈਗਾ, ਆਪਾਂ ਕੋਈ ਉਹ 'ਤੇ ਟਿੱਪਣੀਆਂ ਜ਼ਿਆਦਾ ਨਹੀਂ ਕਰ ਪਾਵਾਂਗੇ, ਪਰ ਅਸੀਂ ਆਈ ਥਿੰਕ ਮੇਰੇ ਵੱਲੋਂ ਜੇ ਮੈਂ ਚਾਹਾਂ ਤਾਂ ਮੈਂ ਇੱਕ ਕਮਿਊਨਿਟੀ 'ਚ ਜੋ ਆਪਾਂ ਵਿਚਰਦੇ ਹਾਂ ਉਹਦੇ ਤਹਿਤ ਤੇ ਆਪਣਾ ਐਜ਼ ਅ ਬਿਜ਼ਨਸਮੈਨ ਦੇ ਤਹਿਤ ਆਪਾਂ ਉਹਦੇ 'ਤੇ ਖੁੱਲ੍ਹੀ ਚਰਚਾ ਕਰਾਂਗੇ ਕਿ ਕੀ ਉਮੀਦਾਂ ਸੀਗੀਆਂ ਬਜਟ ਵੱਲੋਂ ਤੇ ਕੀ ਸਾਨੂੰ ਡਿਲੀਵਰ ਹੋਇਆ ਆ। ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਬਾਰੇ ਆਪਾਂ ਵਿਸ਼ਲੇਸ਼ਣ ਕਰਦੇ ਹਾਂ ਉਹਦਾ। ਵੇਖੋ, ਜਿਹੜਾ ਮੇਨ ਮੈਂ ਸਮਝਦਾ ਜਿਹੜਾ ਇਸ ਬਜਟ ਦੇ ਵਿੱਚ ਸਾਨੂੰ ਆਸ ਸੀਗੀ ਉਹ ਸੀਗੀ ਭਾਜੀ, ਇੱਕ ਬਿਜ਼ਨਸਮੈਨ ਦੇ ਤੌਰ ਤੇ ਕਾਫੀ ਉਮੀਦਾਂ ਸੀਗੀਆਂ, ਕਿਉਂਕਿ ਜਿਹੜਾ ਸੰਤਾਪ ਅਸੀਂ ਹੰਢਾਇਆ ਹੈ ਕੋਵਿਡ ਦੇ ਵਿੱਚ 2020 ਦੇ ਵਿੱਚ ਤੇ ਅੱਜ ਵੀ ਥੋੜਾ ਚੱਲ ਰਿਹਾ, ਜਿਹਦੇ ਇਫੈਕਟਸ ਹੁਣ ਵੀ ਸਾਹਮਣੇ ਆ ਰਹੇ ਨੇ, ਉਹਦੇ ਤਹਿਤ ਮੈਨੂੰ ਸੀਗੀ ਉਮੀਦ ਕਿ ਕਾਫੀ ਆਪਾਂ ਨੂੰ ਬਿਜ਼ਨਸ ਵੱਲੋਂ ਸਪੋਰਟ ਮਿਲੇਗੀ। ਬਟ ਅਨਫੋਰਚੂਨੇਟਲੀ ਥੋੜਾ ਇੱਕ ਮੰਦਭਾਗੀ ਹੈ ਕਿ ਬਿਜ਼ਨਸਮੈਨ ਲਈ ਮੈਂ ਕੁਝ ਜ਼ਿਆਦਾ ਬਜਟ ਵਿੱਚ ਵੇਖ ਨਹੀਂ ਸਕ ਰਿਹਾ ਇਸ ਟਾਈਮ। ਜਿਹੜਾ ਸਰਕਾਰਾਂ ਦਾ ਜਾਂ ਪਾਰਟੀਆਂ ਦਾ ਵੋਟ ਬੈਂਕ ਹੁੰਦਾ ਆ, ਉਹਨੂੰ ਬਚਾਉਣ ਦੀ ਇੱਕ ਅਣਥੱਕ ਕੋਸ਼ਿਸ਼ ਜਿਹੜੀ ਹੈ ਉਹ ਰਾਜ ਸੱਤਾ ਉੱਤੇ ਕਾਬਜ਼ ਜਿਹੜੀ ਇੱਕ ਪਾਰਟੀ, ਲੇਬਰ ਪਾਰਟੀ, ਉਹਦੇ ਵੱਲੋਂ ਹੋ ਰਹੀ ਹੈ ਔਰ ਉਹ ਸਾਫ਼ ਤੌਰ ਤੇ ਨਜ਼ਰ ਆਉਣ ਲੱਗ ਪਈ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਮੈਂ ਵੀ ਇਸ ਬਜਟ ਦੇ ਜਿਹੜੇ ਜਦੋਂ ਇਹ ਅਨਾਊਂਸ ਹੋਇਆ ਬਜਟ ਤੇ ਉਹਦੇ ਵਿੱਚ ਸਾਨੂੰ ਜਿਹੜੀ ਮੇਨ ਹਾਈਲਾਈਟ ਸੀਗੀ ਜੀ, ਆਪਾਂ ਤੇ ਵੇਖੋ ਮੀਡੀਆ ਵਿੱਚੋਂ ਨੋਟਿਸ ਕਰਦੇ ਹਾਂ, ਆਪਾਂ ਕਮਿਊਨਿਟੀ ਵਿੱਚ ਨੋਟਿਸ ਕਰਦੇ ਹਾਂ, ਸਭ ਤੋਂ ਵੱਡੀ ਜਿਹੜੀ ਹਾਈਲਾਈਟ ਸੀਗੀ ਉਹ ਬੈਨੀਫਿਟ ਇਨਕਰੀਜ਼ ਨੂੰ ਲੈ ਕੇ ਕੀਤੀ ਗਈ ਸੀਗੀ। ਸੋ ਬੈਨੀਫਿਟ ਜਿਹੜਾ ਮੈਂ ਥੋੜਾ ਬਹੁਤਾ ਡਾਟਾ ਆਪਣੇ ਰਿਲਾਇਬਲ ਸੋਰਸਿਸ ਤੋਂ ਨਿਊਜ਼ੀਲੈਂਡ ਦੇ ਕੱਢ ਕੇ ਲਿਆਇਆ, ਉਹਦੇ ਅਕੋਰਡਿੰਗ ਵੇਖੋ, ਪਹਿਲੀ ਗੱਲ ਤੇ ਆਈ ਥਿੰਕ ਜੋ ਲੇਬਰ ਗਵਰਨਮੈਂਟ ਕਰਨ ਜਾ ਰਹੀ ਆ ਉਹ ਬਜਟ ਤਾਂ ਜ਼ਰੂਰ ਵਧਾ ਰਹੀ ਹੈ, ਬਟ ਉਹ ਸਾਨੂੰ ਜਾਂ ਜਿਹੜੇ ਨਿਊਜ਼ੀਲੈਂਡਰਸ ਨੇ ਉਹਨਾਂ ਨੂੰ ਜੌਬ ਲੱਭਣ ਦਾ ਤਰੀਕਾ ਨਹੀਂ ਦੱਸ ਰਹੀ, ਜਾਂ ਆਪਣੇ ਆਪ ਨੂੰ ਸਕਿੱਲਫੁਲ ਕਰਨ ਦਾ ਤਰੀਕਾ ਉਹਦੇ ਵਿੱਚ ਬਜਟ ਵਿੱਚ ਕੁਝ ਨਹੀਂ ਦੱਸਿਆ ਗਿਆ। ਔਨ ਐਨ ਐਵਰੇਜ $20 ਬਜਟ ਜਿਹੜਾ ਜੀ ਪਰ ਅਡਲਟ ਮੱਛੀ ਫੜ ਕੇ ਦਿੱਤੀ ਜਾ ਰਹੀ ਹੈ, ਮੱਛੀ ਫੜਨ ਦਾ ਤਰੀਕਾ ਨਹੀਂ ਦੱਸਿਆ ਜਾ ਰਿਹਾ। ਸੋ ਅਸੀਂ ਉਸ ਚੀਜ਼ ਨੂੰ ਆਈ ਥਿੰਕ ਇਹ ਥੋੜਾ ਜਿਹਾ ਇਹ ਲੇਬਰ ਗਵਰਨਮੈਂਟ ਦਾ ਡਰਾਬੈਕ ਰਿਹਾ ਪਿਛਲੇ ਜਦੋਂ ਦੀ ਸੱਤਾ ਵਿੱਚ 2017 ਵਿੱਚ, ਕਿ ਉਹ ਤੁਹਾਡੀ ਗੱਲ ਸਹੀ ਹੈ, ਜਿਹੜਾ ਵੋਟ ਬੈਂਕ ਆ ਉਹਨੂੰ ਟਾਰਗੇਟ ਕੀਤਾ ਜਾ ਰਿਹਾ। ਕੋਵਿਡ ਦੇ ਦੌਰਾਨ ਵੀ ਇਹੀ ਵੇਖਣ ਸਾਹਮਣੇ ਆਇਆ ਸੀਗਾ ਤੇ ਅਸੀਂ ਉਦੋਂ ਵੀ ਬੈਨੀਫਿਟ ਇਨਕਰੀਜ਼ ਦੀ ਜਿਹੜੀ ਖਬਰ ਉਹ ਸੁਣੀ ਸੀਗੀ, ਉਸ ਟਾਈਮ ਤੇ ਵੀ ਬੈਨੀਫਿਟ ਇਨਕਰੀਜ਼ ਹੋਇਆ ਸੀਗਾ ਜੀ। ਇਸ ਵੇਲੇ ਫਿਰ ਬੈਨੀਫਿਟ ਜਿਹੜਾ ਆ ਉਹ ਹੁਣ ਤਾਂ ਇੱਕ ਬਹੁਤ ਵੱਡਾ ਇੱਕ ਜਿਹੜਾ ਅਨਾਉਂਸਮੈਂਟ ਹੈ, ਜਿਹੜੀ ਅਗਲੇ 4 ਸਾਲਾਂ ਦੇ ਵਿੱਚ $3.3 ਬਿਲੀਅਨ ਜਿਹੜਾ ਇਹਨਾਂ ਨੇ ਉਹ ਬਜਟ ਦੇ ਤਰਫ ਜਿਹੜਾ ਉਹ ਉਹਦਾ ਰੁਖ ਕਰ ਦਿੱਤਾ ਸਟੈਪ ਬਾਈ ਸਟੈਪ। ਹਾਂਜੀ, ਸੋ ਬਜਟ ਨੂੰ ਓਵਰਆਲ ਵੈਲਬੀਇੰਗ ਬਜਟ ਦੇ ਤੌਰ ਤੇ ਪ੍ਰਚਾਰਿਆ ਗਿਆ, ਲੇਕਿਨ ਆਪਾਂ ਜਾਣਦੇ ਹਾਂ ਕਿ ਥਰਡ ਵਰਲਡ ਕੰਟਰੀਜ਼ ਦੇ ਜਿਹੜੇ ਸੋ ਕਾਲਡ ਡੈਮੋਕ੍ਰੈਟਿਕ ਵੈਲਿਊਜ਼ ਨੇ, ਜਿਵੇਂ ਉੱਥੇ ਘਾਣ ਹੁੰਦਾ, ਲਗਭਗ ਉੱਦਾਂ ਦਾ ਘਾਣ ਇੱਥੇ ਵੀ ਹੋਣਾ ਸ਼ੁਰੂ ਹੋ ਗਿਆ। ਵੀ ਆਰ ਸੱਚ ਅ ਸਮਾਲ ਨੇਸ਼ਨ। ਇੱਥੇ ਜਿਹੜੀਆਂ ਮੈਨੂਫੈਕਚਰਿੰਗ ਯੂਨਿਟਸ ਨੇ ਬਹੁਤ ਪਹਿਲਾਂ ਬੰਦ ਹੋ ਗਈਆਂ ਔਰ ਅੱਧੀਆਂ ਕਿ ਕੋਵਿਡ ਦੇ ਦੌਰਾਨ ਬੰਦ ਹੋ ਗਈਆਂ। ਬਹੁਤ ਸਾਰੇ ਬਿਜ਼ਨਸਿਸ ਨੇ ਜਿਹੜੇ ਬੰਦ ਹੋਣ ਲਈ ਮਜਬੂਰ ਹੋ ਗਏ, ਜਿਵੇਂ ਤੁਸੀਂ ਇਸ਼ਾਰਾ ਕੀਤਾ। ਰੀਟੇਲ ਇੰਡਸਟਰੀ ਜਿਹੜੀ ਹੈ ਉਹ ਬਹੁਤ ਪਰੇਸ਼ਾਨ ਹੈ। ਮੈਨ ਪਾਵਰ ਜਿਹੜੀ ਹੈ ਨਾ ਹੌਸਪਿਟੈਲਿਟੀ ਦੇ ਵਿੱਚ ਨਾ ਹਾਰਟੀਕਲਚਰ ਦੇ ਵਿੱਚ ਆਪਾਂ ਨੂੰ ਨਹੀਂ ਮਿਲ ਰਹੀ। ਮਾਈਗਰੈਂਟਸ ਜਿਹੜੇ ਆਫਸ਼ੋਰ ਸਟੱਕ ਨੇ ਉਹਨਾਂ ਦੇ ਦੁੱਖੜੇ ਵੱਖਰੇ ਨੇ। ਸੋ ਓਵਰਆਲ ਜਦੋਂ ਤੁਸੀਂ ਦੇਖਦੇ ਹੋ ਸਰਕਾਰ ਦਾ ਰਵੱਈਆ ਹੈ ਕਿ ਸਰਕਾਰ ਦਾ ਪਲਾਨ ਹੈ ਕਿ ਉਹ ਸਮਝ ਤੋਂ ਬਾਹਰ ਹੋ ਗਿਆ, ਇਹ ਤੇ ਤੁਹਾਡੀ ਕੀ ਟਿੱਪਣੀ ਹੈ? ਵੇਖੋ, ਰਵੱਈਆ ਆਈ ਥਿੰਕ ਬੜਾ ਕਲੀਅਰ ਹੈ ਕਿ ਵੋਟ ਬੈਂਕ ਨੂੰ ਜਿਹੜਾ ਹੈ ਉਹ ਫੇਵਰ ਕੀਤਾ ਜਾ ਰਿਹਾ, ਇਹਦੇ ਵਿੱਚ ਕੋਈ ਦੋ ਸ਼ੱਕ ਨਹੀਂ ਹੈਗੇ। ਅਸੀਂ ਜਿਹੜੀ ਵੇਖੋ
ਇਹ ਜਿਹੜਾ ਨਿਊਜ਼ੀਲੈਂਡ ਦਾ ਵੈਲਫੇਅਰ ਸਿਸਟਮ ਹੈ, ਆਈ ਥਿੰਕ ਇਫ ਜਿੰਨੀਆਂ ਵੀ ਫਰਸਟ ਵਰਲਡ ਕੰਟਰੀਜ਼ ਨੇ ਉਹਨਾਂ ਦਾ ਵੈਲਫੇਅਰ ਸਿਸਟਮ ਜਿਹੜਾ ਆ ਉਹ ਜ਼ਰੂਰੀ ਹੈ, ਬਿਲਕੁਲ ਸਹੀ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਉਸ ਤੋਂ ਬਿਨਾਂ ਸ਼ਾਇਦ ਕਿਸੇ ਵੀ ਫਰਸਟ ਵਰਲਡ ਕੰਟਰੀ ਵਿੱਚ ਤੁਸੀਂ ਵੇਖ ਸਕਦੇ ਕਿ ਹਰ ਜਗ੍ਹਾ ਅਵੇਲੇਬਿਲਿਟੀ ਹੈਗੀ ਉਹਦੀ, ਬਟ ਆਈ ਥਿੰਕ ਜਿਹੜੀ ਵੈਲਫੇਅਰ ਦੀ ਡਿਪੈਂਡੈਂਸੀ ਹੈ ਨਾ, ਜਿਹੜੀ ਓਵਰ ਦਾ ਪੀਰੀਅਡ ਆਫ ਟਾਈਮ ਹੈ, ਜਿਹੜੀ ਉਹ ਪਰਿਵਾਰਾਂ ਨੂੰ ਵੀ ਡੈਮੇਜ ਕਰ ਰਹੀ ਹੈ। ਅਸੀਂ ਆਪਣੇ ਜਿਹੜੇ ਡੈਮੋਗ੍ਰਾਫਿਕਸ ਉਹਦੇ ਵਿੱਚ ਵੀ ਵੇਖ ਸਕਦੇ ਹਾਂ ਨਿਊਜ਼ੀਲੈਂਡ ਦੇ ਜੋ ਇਸ ਵੇਲੇ ਹਾਲ ਹੈ ਜੀ, ਤੇ ਉਹ ਇੱਕ ਹੋਰ ਚੀਜ਼ ਨੂੰ ਬੜਾ ਡਰਾਈਵ ਕਰ ਰਹੀ ਹੈ ਜੀ, ਜਿਹੜੀ ਕਾਫੀ ਪਿਛਲੇ ਦਿਨਾਂ ਤੋਂ ਚਰਚਾ ਵਿੱਚ ਰਹੀ ਹੈ, ਉਹ ਹੈਗੀ ਹੈ ਜਿਹੜੀ ਪ੍ਰੈਜ਼ੈਂਟ ਪੋਪੂਲੇਸ਼ਨ ਹੈ ਜੀ, ਅੱਛਾ ਜੀ, ਉਹ ਵੀ ਬੜੀ ਗਰੋ ਹੋ ਰਹੀ ਹੈ। ਤੇ Okay. ਉਹਦੇ ਵਿੱਚੋਂ ਮੈਂ ਇੱਕ ਡਾਟਾ ਕੱਢਿਆ ਸੀਗਾ ਕਿ ਹਰ 10 ਗ੍ਰਿਫਤਾਰੀਆਂ ਜਿਹੜੀ ਪੁਲਿਸ ਕਰਦੀ ਆ, ਉਹਨਾਂ ਵਿੱਚੋਂ 7 ਬੰਦੇ ਜਿਹੜੇ ਹੁੰਦੇ ਨੇ ਜੀ ਉਹ ਬੈਨੀਫੀਸ਼ੀਅਰੀ ਹੁੰਦੇ ਨੇ। ਸੋ ਇਹਦੇ ਚ ਹੋਰ ਤਾਂ ਪ੍ਰਮਾਣ ਦੀ ਲੋੜ ਹੀ ਨਹੀਂ ਹੋਣਾ। ਸੋ ਇਹ ਆਪਾਂ ਬੜਾ ਸਾਫ਼ ਤੇ ਜਿਹੜਾ ਬਿਲਕੁਲ ਕਲੀਅਰ ਵੇਖ ਸਕਦੇ ਹਾਂ ਕਿ ਵੈਲਫੇਅਰ ਡਿਪੈਂਡੈਂਸੀ ਜਿਹੜੀ ਆ ਉਹ ਕੋਈ ਗਰੋਥ ਵੱਲ ਨਹੀਂ ਲੈ ਕੇ ਜਾ ਰਹੀ ਸਾਨੂੰ। ਅੱਛਾ ਜੀ, ਹੋਣੀ ਚਾਹੀਦੀ ਹੈ, ਨੋ ਡਾਊਟ। ਵੈਲਫੇਅਰ ਸਿਸਟਮ ਜਿਹੜਾ ਆ ਉਹ ਸਾਡੇ ਕਿਸੇ ਵੇਲੇ ਵੀ ਕਿਸੇ ਬੰਦੇ ਨੂੰ ਲੋੜ ਪੈ ਸਕਦੀ, ਪਰ ਆਈ ਥਿੰਕ ਉਹ ਟੈਂਪਰੇਰੀ ਸੋਲੂਸ਼ਨ ਹੁੰਦਾ। ਬਿਲਕੁਲ। ਅਸੀਂ ਤਾਂ ਜਨਰੇਸ਼ਨਸ ਵੇਖ ਰਹੇ ਹਾਂ, ਕਾਫੀ ਹਿਸਟਰੀ ਵੀ ਪੜ੍ਹ ਲਈ ਹੈ ਨਿਊਜ਼ੀਲੈਂਡ ਦੀ, ਜਨਰੇਸ਼ਨਸ ਜਿਹੜੀਆਂ ਉਹ ਵੈਲਫੇਅਰ ਡਿਪੈਂਡੈਂਟ ਹੋ ਰੱਖੀਆਂ ਨੇ। ਜੀ ਜੀ, ਇਹਦਾ ਹੱਲ ਕਿਵੇਂ ਦੇਖਦੇ ਹੋ? ਕੰਟਰੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਨੇ ਹੁਣ ਆਪਣੇ ਆਪ ਨੂੰ ਐਸਟੈਬਲਿਸ਼ ਕਰ ਲਿਆ, ਵੱਖ-ਵੱਖ ਜਿਹੜੀਆਂ ਐਥਨਿਕ ਬੈਕਗ੍ਰਾਉਂਡ ਤੋਂ ਸੰਬੰਧਿਤ ਲੋਕ ਨੇ ਤੁਹਾਡੇ ਵਰਗੇ, ਉਹਨਾਂ ਦੀ ਰਾਜਨੀਤਿਕ ਭਾਈਵਾਲੀ ਵੀ ਲੌਂਗ ਟਾਈਮ ਡਿਊ ਹੈ। ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਉਹਨਾਂ ਦੇ ਵਿੱਚ ਜਿਹੜੀ ਸਖਤੀ ਹੈ, ਉਸ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਪ੍ਰੋਜੈਕਟ ਕਰਕੇ ਜਦੋਂ ਦੇਖਿਆ ਜਾਂਦਾ, ਜਿਹੜੇ ਨੰਬਰਸ ਆਫ ਮਾਈਗ੍ਰੈਂਟਸ ਡਿਫਰੈਂਟ ਕਮਿਊਨਿਟੀਜ਼ ਸਾਡੇ ਨਾਲ ਵਾਈਡਰ ਭਾਈਚਾਰੇ ਦੇ ਵਿੱਚ ਰਹਿ ਰਹੀਆਂ, ਬਜਟ ਦੀ ਰੋਸ਼ਨੀ ਦੇ ਵਿੱਚ ਜਿਹੜੀਆਂ ਮਾਈਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਦੇ ਫਿਊਚਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵੇਖੋ, ਜੇ ਇਸੇ ਤਰ੍ਹਾਂ ਦੇ ਬਜਟ ਪੇਸ਼ ਹੁੰਦੇ ਰਹੇ ਤੇ ਮਾਈਗ੍ਰੈਂਟ ਕਮਿਊਨਿਟੀਜ਼ ਨੂੰ ਵੀ ਇੱਕ ਇਨਕਰੇਜਮੈਂਟ ਹੈ ਕਿ ਤੁਸੀਂ ਵੀ ਬੈਨੀਫਿਟ ਤੇ ਚਲੇ ਜਾਓ। ਹਾਲਾਂਕਿ ਸਾਡੇ ਜਿਹੜੇ ਮੋਟੀਵੇਸ਼ਨਸ ਨੇ ਉਹ ਡਿਫਰੈਂਟ ਨੇ ਆਲ ਟੁਗੇਦਰ, ਬਿਕੋਜ਼ ਅਸੀਂ ਇੱਕ ਬੜੀ ਹਾਰਡ ਵਰਕਿੰਗ ਪ੍ਰੋਗਰੈਸਿਵ ਕਮਿਊਨਿਟੀ ਤੋਂ ਆਉਂਦੇ, ਚਾਹੇ ਉਹ ਕੋਈ ਵੀ ਮਾਈਗ੍ਰੈਂਟ ਹੈ ਏਸ਼ੀਆ ਤੋਂ ਆ ਰਿਹਾ, ਚਾਹੇ ਇੰਡੀਅਨ ਹੈ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਉਹ ਚਾਈਨਾ ਹੈ, ਕਿਸੇ ਵੀ ਤੋਂ ਆ ਰਿਹਾ, ਆਈ ਥਿੰਕ। ਬਟ ਮੇਰੇ ਹਿਸਾਬ ਦੇ ਨਾਲ ਜਿਹੜੀ ਇੱਕ ਮਾਈਗ੍ਰੈਂਟ ਕਮਿਊਨਿਟੀ ਆ, ਉਹਨੂੰ ਉਹਦੇ ਲਈ ਬਿਜ਼ਨਸ ਲਈ ਜੇ ਕੁਝ ਇੰਟਰੋਡਕਸ਼ਨ ਹੁੰਦੀ ਹੈ ਬਜਟ ਵਿੱਚ ਜਾਂ ਕੋਈ ਸਰਕਾਰ ਲੈ ਕੇ ਆਉਂਦੀ ਹੈ, ਅਸੀਂ ਉਹਨੂੰ ਬਹੁਤ ਹੀ ਜ਼ਿਆਦਾ ਇੱਕ ਪੋਜ਼ਿਟਿਵ ਵੇ ਦੇ ਨਾਲ ਵੇਖਦੇ ਹਾਂ, ਤੇ ਅਸੀਂ ਚਾਹੁੰਦੇ ਹਾਂ ਕਿ ਉਹ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਇੰਟਰੋਡਿਊਸ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਸਾਨੂੰ ਇੱਕ ਪਾਥਵੇ ਮਿਲੇ ਕਿ ਅਸੀਂ ਹੋਰ ਗਰੋ ਕਰੀਏ, ਸਾਡੇ ਵਿੱਚ ਇੱਕ ਤਰੱਕੀ ਦਾ ਜਜ਼ਬਾ ਆਵੇ। ਤੇ ਜਿੱਦਾਂ ਤੋਂ ਤੁਸੀਂ ਗੱਲ ਕੀਤੀ ਹੈ ਕਿ ਮਾਈਗ੍ਰੈਂਟ ਕਮਿਊਨਿਟੀ ਜਿਹੜੀ ਸਾਡੀ ਇਨਵੋਲਵਮੈਂਟ ਹੈ ਜਿਹੜੀ ਇਸ ਡੇ ਟੂ ਡੇ ਸਿਚੁਏਸ਼ਨ ਦੇ ਵਿੱਚ ਜਾਂ ਪੋਲਿਟਿਕਸ ਦੇ ਵਿੱਚ, ਉਹ ਬਿਲਕੁਲ ਬਹੁਤ ਘੱਟ ਆ, ਰਿਪਰੈਜ਼ੈਂਟੇਸ਼ਨ ਬਹੁਤ ਥੋੜੀ ਹੈ। ਉਹ ਵੀ ਇੱਕ ਕਾਰਨ ਮੈਂ ਸਮਝਦਾ ਹਾਂ ਕਿ ਸਾਡੀ ਸੁਣਵਾਈ ਹੈ ਜਿਹੜੀ ਨਹੀਂ ਹੋ ਪਾ ਰਹੀ। ਜਿਵੇਂ ਹੁਣ ਤੁਸੀਂ ਮੋਟੇ ਤੌਰ ਤੇ ਦੇਖਦੇ ਆ, ਫਾਰਮੈਕ ਨੂੰ ਚੰਗਾ ਤਗੜਾ ਹੁਲਾਰਾ ਦਿੱਤਾ ਗਿਆ, $200 ਮਿਲੀਅਨ ਦਾ ਜਿਹੜਾ ਬੂਸਟ ਆ, ਗੋਲਡ ਕਾਰਡ ਜਿਹੜੇ ਗੋਲਡ ਕਾਰਡ ਧਾਰਕ ਨੇ ਸਾਡੇ ਬਜ਼ੁਰਗ ਨੇ, ਆਪਾਂ ਜਾਣਦੇ ਹਾਂ, ਉਸ ਦੇ ਉੱਤੇ ਜਿਹੜੀ ਟਿੱਪਣੀ ਹੈ ਉਹ ਵੀ ਮੈਂ ਚਾਹਾਂਗਾ। ਤੇ ਨਾਲ $344 ਮਿਲੀਅਨ ਜਿਹੜਾ ਸਕਾਟ ਬੇਸ ਰੀਡਿਵੈਲਪਮੈਂਟ ਅੰਟਾਰਕਟਿਕਾ ਦੇ ਵਿੱਚ ਨਿਊਜ਼ੀਲੈਂਡ ਦੀ ਹੋ ਰਹੀ ਹੈ। ਇਹ ਠੀਕ ਹੈ ਕਿ ਵਿਗਿਆਨਕ ਵਿਧੀਆਂ ਦੇ ਨਾਲ ਆਪਾਂ ਨੂੰ ਇਸ ਮੁਲਕ ਨੂੰ ਸਮੇਂ ਦੇ ਹਾਣੀ ਹੋਣਾ ਪੈਣਾ, ਲੇਕਿਨ ਇਸ ਵਕਤ ਜਿਹੜੀਆਂ ਸਮੱਸਿਆਵਾਂ ਨਾਲ ਆਪਾਂ ਜੂਝ ਰਹੇ ਹਾਂ, ਸ਼ਾਇਦ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਪ੍ਰਤੀ ਲਾਪਰਵਾਹੀ ਵਰਤੀ ਗਈ ਹੈ। ਵੇਖੋ, ਮੈਂ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਦੱਸਾਂ ਪਲਵਿੰਦਰ ਭਾਜੀ, ਮੈਂ ਬੜਾ ਆਸ ਕਰ ਰਿਹਾ ਸੀਗਾ ਕਿ ਐਟਲੀਸਟ ਥੋੜਾ ਬਹੁਤ ਟੈਕਸ ਰਿਡਕਸ਼ਨ ਤੇ ਸਾਨੂੰ ਬਿਜ਼ਨਸਮੈਨ ਨੂੰ ਇੱਕ ਮਿਲਣਾ ਚਾਹੀਦਾ। ਗੁੱਡ ਪੁਆਇੰਟ। ਮੈਂ ਬਹੁਤ ਜ਼ਿਆਦਾ ਉਸ ਲਈ ਮੈਂ ਬੜਾ ਇੱਕ ਪੋਜ਼ਿਟਿਵ ਸੀਗਾ ਕਿ ਕਿਉਂਕਿ ਸਾਰੇ ਬਿਜ਼ਨਸਿਸ ਜਿਹੜੇ 2020 ਦੇ ਵਿੱਚ ਜਿਹੜੇ ਸਿਚੁਏਸ਼ਨ ਚੋਂ ਲੰਘੇ ਨੇ, ਸਾਨੂੰ ਥੋੜੇ ਬਹੁਤੇ ਟੈਕਸ ਕੱਟ ਤੇ ਅਸੀਂ ਡਿਜ਼ਰਵ ਕਰਦੇ ਹਾਂ। ਬਿਲਕੁਲ। ਸੋ ਮੈਂ ਕੰਪਨੀ ਟੈਕਸ ਰੇਟ ਦੀ ਗੱਲ ਕਰਾਂ ਤੇ ਮੇਰੀ ਆਸ ਸੀ ਕਿ 25% ਸ਼ਾਇਦ ਇਹ ਕਰ ਦੇਣਗੇ 28% ਤੋਂ, ਤੇ ਉਹਦੇ ਨਾਲ ਸਾਨੂੰ ਇੱਕ ਬੜਾ ਵੱਡਾ ਹੁਲਾਰਾ ਬੈਨੀਫਿਟ ਮਿਲੂਗਾ, ਜਿਹਦੇ ਨਾਲ ਅਸੀਂ ਹੋਰ ਆਪਣੇ ਆਪ ਨੂੰ ਕੌਨਫੀਡੈਂਟ ਫੀਲ ਕਰਾਂਗੇ ਟੂ ਫਰਦਰ ਇਨਵੈਸਟ। ਠੀਕ ਹੈ। ਇੱਕ ਤੇ ਉਹ ਮੇਰੇ ਲਈ ਬੜਾ ਇੱਕ ਜ਼ਰੂਰੀ ਸੀਗਾ। ਦੂਸਰਾ, ਜਿਹੜਾ ਤੁਸੀਂ 200 ਮਿਲੀਅਨ ਫਾਰਮੈਕ ਦੀ ਗੱਲ ਕੀਤੀ ਹੈ, ਪਰ ਉਹਦੇ ਨਾਲ ਭਾਜੀ ਹੈਲਥ ਸੈਕਟਰ ਵਿੱਚ ਬੜੇ ਹੋਰ ਮੁੱਦੇ ਨੇ, ਜਿਹੜਾ ਮੈਂ ਇੱਕ ਬੜਾ ਹਾਈਲਾਈਟ ਕਰ ਸਕਦਾ, ਬੜਾ ਜ਼ਰੂਰੀ ਆ, ਕਿ ਜਿਹੜਾ ਕਿ ਇੱਕ ਅਣਗੌਲਿਆ ਜਾ ਰਿਹਾ ਬੜੇ ਸਮੇਂ ਤੋਂ, ਹੈਗਾ ਮੈਂਟਲ ਹੈਲਥ ਪ੍ਰੋਬਲਮ। ਨਿਊਜ਼ੀਲੈਂਡ ਜਿਹੜਾ ਆ ਜੀ ਇਸ ਵੇਲੇ ਬੜਾ ਸੀਰੀਅਸਲੀ ਸਟਰਗਲ ਕਰ ਰਿਹਾ ਮੈਂਟਲ ਹੈਲਥ ਦੇ ਵਿੱਚ। ਕਮਿਊਨਿਟੀ 'ਚ ਸਾਨੂੰ ਬੜੇ ਪ੍ਰਾਈਮ ਕੇਸਿਸ ਮਿਲ ਜਾਂਦੇ ਨੇ, ਮੇਰੇ ਖੁਦ ਆਫਟਰ ਕੋਵਿਡ, ਐਂਡ ਤੁਹਾਨੂੰ ਖੁਦ ਪਰਿਵਾਰਾਂ ਵਿੱਚ ਤੁਹਾਨੂੰ ਐਗਜ਼ਾਮਪਲਾਂ ਮਿਲਦੀਆਂ ਨੇ। ਮੈਂ ਆਪਣੇ ਖੁਦ ਪਰਿਵਾਰ ਵਿੱਚ ਵੇਖ ਸਕਦਾ ਇੱਕ ਐਗਜ਼ਾਮਪਲ ਸੀਗੀ। ਸੋ ਉਹਦੇ ਲਈ ਇੰਨੀ ਕਿ ਜ਼ਿਆਦਾ ਪੂਅਰ ਅਵੇਲੇਬਿਲਿਟੀ ਹੈ, ਤੇ ਮੈਂ ਹੈਰਾਨ ਹੈ ਕਿ ਉਹਦੇ ਲਈ ਕੁਝ ਐਲੋਕੇਸ਼ਨ ਬਹੁਤੀ ਜਿਹੜੀ ਆ ਉਹ ਬਜਟ ਵਿੱਚ ਦੇਖਣ ਨੂੰ ਨਹੀਂ ਮਿਲੀ ਜੀ। ਸੋ ਉਹ ਵੀ ਇੱਕ ਚੀਜ਼ ਜਿਹੜੀ ਮੈਂ ਵੇਖਦਾ ਕਿ ਆਪਾਂ ਨੂੰ ਹੋਣੀ ਚਾਹੀਦੀ ਸੀਗੀ। ਫਿਰ ਆਪਾਂ ਨੂੰ ਆਈ ਥਿੰਕ ਬਿਜ਼ਨਸਮੈਨ ਪੁਆਇੰਟ ਆਫ ਵਿਊ ਤੋਂ ਜਿੱਦਾਂ ਟੈਕਨੋਲੋਜੀ, ਜਿੱਦਾਂ ਦੁਨੀਆ ਸਾਰੇ ਬੰਨੇ ਮੂਵ ਹੋ ਰਹੀ ਆ, ਇਹਨਾਂ ਡਿਜੀਟਲਾਈਜੇਸ਼ਨ ਨੂੰ ਦਿੱਤਾ ਆ ਥੋੜਾ ਬਹੁਤ ਇੱਕ ਐਲੋਕੇਸ਼ਨ ਕੀਤੀ ਹੈ, ਜਿਹੜੀ ਮੈਂ ਕੱਢਿਆ ਸੀ 44 ਮਿਲੀਅਨ ਦੀ ਐਲੋਕੇਸ਼ਨ ਹੈ ਜੀ। ਉਹ ਬਹੁਤ ਵਧੀਆ ਗੱਲ ਹੈ, ਵਧੀਆ ਇੱਕ ਉਪਰਾਲਾ ਹੈ, ਬਟ ਆਈ ਥਿੰਕ ਰਿਸਰਚ ਐਂਡ ਡਿਵੈਲਪਮੈਂਟ ਵੀ ਇੱਕ ਜਿਹੜਾ ਸੀਗਾ ਪੱਖ
ਜਿਹੜਾ ਬਿਜ਼ਨਸਮੈਨ ਦਾ ਓਕੇ ਉੱਤੇ ਵੀ ਥੋੜੀ ਬਹੁਤੀ ਫੰਡਿੰਗ ਜਿਹੜੀ ਐਲੋਕੇਟ ਹੋਣੀ ਚਾਹੀਦੀ, ਕਿਉਂਕਿ ਰਿਸਰਚ ਐਂਡ ਡਿਵੈਲਪਮੈਂਟ ਸਾਨੂੰ ਕਰਨ ਦਾ ਸਾਡੇ ਕੋਲ ਕੋਈ ਗਵਰਨਮੈਂਟ ਵੱਲੋਂ ਸਪੋਰਟ ਨਹੀਂ ਹੈਗੀ ਜੀ। ਬਿਜ਼ਨੈਸਿਸ ਜਿਹੜੇ ਆ ਨਿਊਜ਼ੀਲੈਂਡ ਦੇ ਉਹ ਬੇਸਿਕਲੀ ਰਿਲਾਈ ਕਰ ਰਹੇ ਆ ਟੋਟਲੀ ਇੱਕ ਜਿੱਦਾਂ ਬੜੇ ਇੱਕ ਕੰਜ਼ਰਵੇਟਿਵ ਸਿਚੁਏਸ਼ਨ ਮਾਹੌਲ ਦੇ ਉੱਤੇ। ਉਹਨਾਂ ਨੂੰ ਇੱਕ ਵਾਈਡਰ ਵਿਜ਼ਨ ਜਿਹੜੀ ਆ ਫਸੀ ਨੂੰ ਫਟਕਣ ਵਾਲਾ ਕੰਮ ਹੈ, ਉਹ ਨਹੀਂ ਸਾਨੂੰ ਮਿਲ ਪਾ ਰਿਹਾ। ਵੀ ਜਿੱਥੇ ਸਾਨੂੰ ਐਕਸੈਸ ਹੋਵੇ, ਅਸੀਂ ਰਿਸਰਚ ਐਂਡ ਡਿਵੈਲਪਮੈਂਟ ਤੇ ਅਸੀਂ ਟਾਈਮ ਇਨਵੈਸਟ ਕਰ ਸਕੀਏ ਜਾਂ ਸਾਨੂੰ ਫੰਡਿੰਗ ਕੋਈ ਅਵੇਲੇਬਲ ਹੋਵੇ ਉਹਦੇ ਤੇ ਬਿਜ਼ਨਸਮੈਨ ਜਿਹੜਾ ਬਹੁਤ ਜ਼ਿਆਦਾ ਤਰੱਕੀ ਕਰ ਸਕਦਾ, ਇਕਨੋਮੀ 'ਚ ਹੋਰ ਕੰਟਰੀਬਿਊਸ਼ਨ ਜਾ ਸਕਦਾ। ਬਿਲਕੁਲ। ਅੱਛਾ, ਤੁਹਾਡੀ ਬ੍ਰਾਂਚ ਕ੍ਰਾਈਸਟਚਰਚ ਦੇ ਵਿੱਚ ਵੀ ਆ, ਉੱਥੋਂ ਸਾਡਾ ਇੱਕ ਵੀਰ ਹਰਵਿੰਦਰ ਮਹਿਰੋਕ ਤੁਹਾਨੂੰ ਫਤਿਹ ਬੁਲਾ ਰਿਹਾ ਜੀ। ਨਿੱਕੂ ਹੌਰਲਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਬਹੁਤ ਸਾਰੇ ਸੱਜਣ ਪਿਆਰੇ ਹੈਮਿਲਟਨ ਤੋਂ ਜੁੜੇ ਹੋਏ ਆ। ਰਣਜੀਤ ਸਿੰਘ ਰਮਾਣਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ। ਸੋ ਸ਼ੁਕਰੀਆ ਆਪਣੇ ਇਹਨਾਂ ਵੀਰਾਂ ਦਾ ਜਿਹੜੇ ਸਾਥ ਦੇ ਰਹੇ ਨੇ। ਅੱਛਾ, ਜਦੋਂ ਨੈਸ਼ਨਲ ਪਾਰਟੀ ਦੀ ਗੱਲ ਚੱਲਦੀ ਹੈ, ਪਹਿਲਾਂ ਵੀ ਆਪਣੀ ਇਸ ਮੁੱਦੇ 'ਤੇ ਬਹੁਤ ਵਾਰ ਗੱਲ ਹੋਈ, ਜੋ ਤੁਹਾਡੀਆਂ ਐਕਸਪੈਕਟੇਸ਼ਨ ਸੀਗੀਆਂ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਇੱਦਾਂ ਤਾਂ ਨਹੀਂ ਵੀ ਓਪੋਜੀਸ਼ਨ ਪਾਰਟੀ ਵੱਲੋਂ ਜਿੰਨਾ ਦਬਾਓ ਪੈਣਾ ਚਾਹੀਦਾ ਸੀ, ਚਾਹੇ ਬਜਟ ਤੋਂ ਪਹਿਲਾਂ ਤੇ ਚਾਹੇ ਬਜਟ ਤੋਂ ਬਾਅਦ ਵਿੱਚ, ਉਹ ਦਬਾਓ ਮਾਣਯੋਗ ਜੂਡਿਥ ਕੋਲਿੰਸ ਜਿਹੜੇ ਆ ਉਹਨੂੰ ਨਹੀਂ ਸ਼ੋਕੇਸ ਕਰ ਸਕੇ? ਵੇਖੋ, ਮੈਂ ਸਮਝਦਾ ਪ੍ਰਬੰਧਕ ਭਾਜੀ ਕਿ ਨੈਸ਼ਨਲ ਪਾਰਟੀ ਵੱਲੋਂ ਇਸ ਵੇਲੇ, ਹਾਲਾਂਕਿ ਮੈਂ ਕੋਈ ਉਹਨਾਂ ਐਜ਼ ਅ ਸਪੋਕਸਪਰਸਨ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜੀ, ਬਟ ਜੋ ਆਪਾਂ ਮੀਡੀਆ 'ਚ ਵੇਖਦੇ ਹਾਂ, ਜੋ ਅਸੀਂ ਜਿਹੜੀ ਮੇਰੀ ਥੋੜੀ ਬਹੁਤੀ ਵਿਚਰਨ ਹੈਗੀ ਆ ਪਾਰਟੀ, ਉਹਦੇ ਮੈਂ ਵੇਖਦਾ ਆਈ ਥਿੰਕ ਵੇਖੋ ਉਪਰਾਲੇ ਬਹੁਤ ਜ਼ਿਆਦਾ ਕੀਤੇ ਜਾ ਰਹੇ ਨੇ। ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਮੈਨੂੰ, ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਂ ਨਾ ਹੋ, ਕਿ ਜਿਹੜਾ ਨਿਊਜ਼ੀਲੈਂਡ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਥੋੜਾ ਖੱਬੇ ਪੱਖੀ ਹੈ ਜੀ। ਠੀਕ ਹੈ ਜੀ, ਉਹਦੀਆਂ ਹਾਈਲਾਈਟਸ ਜਿਹੜੀਆਂ ਸਾਨੂੰ ਸਾਹਮਣੇ ਵੇਖਣ ਨੂੰ ਨਹੀਂ ਮਿਲ ਰਹੀਆਂ। ਉਪਰਾਲੇ ਬਹੁਤ ਹੋ ਰਹੇ ਨੇ, ਉਹਨੂੰ ਬਹੁਤਾ ਸ਼ੋਕੇਸ ਕੀਤਾ ਨਹੀਂ ਜਾ ਰਿਹਾ। ਇਹ ਸਾਈਮਨ ਬ੍ਰਿਜਸ ਦੀ ਵੀ ਇਹੀ ਸ਼ਿਕਾਇਤ ਹੈ। ਬਿਲਕੁਲ, ਮੈਂ ਇਹਨੂੰ ਬੜੀ ਕਲੋਜ਼ਲੀ ਫੋਲੋ ਕਰਦਾ ਤੇ ਮੈਂ ਹਮੇਸ਼ਾ ਨੋਟਿਸ ਕੀਤਾ ਹੈ ਕਿ ਜਿਹੜੀ ਚੀਜ਼ ਸਾਡੀ ਵੇਖੋ, ਇੱਕ ਬੜਾ ਜੂਡਿਥ ਕੋਲਿਨ ਨੇ ਬੜਾ ਵਧੀਆ ਇੱਕ ਕੀਤਾ ਸੀਗਾ ਕਿ ਜਿਹੜਾ ਰੈਂਟ ਹੈ ਜੀ ਉਹ $100 ਵੱਧ ਗਿਆ ਵੀਕ ਦਾ ਜਦੋਂ ਦੀ ਲੇਬਰ ਉਹਦੇ ਵਿੱਚ ਆਈ। ਖਾਸ ਤੌਰ ਤੇ ਆਪਣੀ ਦਾ ਹਾਲਤ ਬਹੁਤ ਜ਼ਿਆਦਾ ਮਾੜੀ, ਕਿਉਂਕਿ ਜਿਹੜਾ ਇਨਵੈਸਟਰ ਤੇ ਇਹਨਾਂ ਨੇ ਜਿਹੜਾ ਲੈ ਕੇ ਆਂਦਾ ਸੀ ਲਾਅ ਚੇਂਜ, ਜਿਹੜਾ ਪਿਛਲੇ ਕੁਝ ਸਮੇਂ ਦੇ ਵਿੱਚ ਉਹ ਮਮ ਐਂਡ ਇਨਵੈਸਟਰਸ ਤੋਂ ਜਿਹੜਾ ਬਹੁਤ ਇਫੈਕਟ ਹੋਇਆ। ਉਹਨਾਂ ਨੇ ਫਿਰ ਉਹਨੂੰ ਰੈਸਿਪਰੋਕੇਟ ਕਰਨ ਲਈ ਆਪਣੇ ਰੈਂਟ ਵਧਾ ਦਿੱਤੇ ਜੀ। ਉਹਦਾ ਇਫੈਕਟ ਕਿਹਦੇ ਤੇ ਹੋ ਰਿਹਾ? ਉਹ ਇੱਕ ਡੇ ਟੂ ਡੇ ਯੂਜ਼ਰ ਕੰਜ਼ਿਊਮਰ ਤੇ ਹੋ ਰਿਹਾ ਜੀ। ਬੈਨੀਫੀਸ਼ੀਅਰੀ ਤੇ ਵੈਸੇ ਵੀ ਨਿਊਜ਼ੀਲੈਂਡ ਹਾਊਸਿੰਗ ਦੇ ਵਿੱਚ ਰਹਿ ਰਿਹਾ, ਬਿਲਕੁਲ ਉਹਨੂੰ ਤੇ ਉਹਦਾ ਕੋਈ ਇਫੈਕਟ ਨਹੀਂ ਹੈ, ਬੜੀ ਟੌਰ ਨਾਲ ਰਹਿ ਰਿਹਾ। ਜਿਹੜਾ ਇੱਕ ਹਾਰਡ ਵਰਕਿੰਗ ਇੱਕ ਯੰਗ ਕਪਲ ਹੈ ਜਿਹੜਾ ਹਾਲੇ ਰੈਂਟ ਕਰ ਰਿਹਾ, ਪਲੱਸ ਉਹ ਸੇਵ ਵੀ ਕਰਨਾ ਚਾਹ ਰਿਹਾ ਤਾਂ ਕਿ ਉਹ ਨਿਊਜ਼ੀਲੈਂਡ 'ਚ ਘਰ ਬਾਏ ਕਰ ਸਕੇ। ਨੌਕਰਾਂ 'ਚ ਘਰ ਬਾਏ ਕਰਨਾ ਹੈ ਇੱਕ ਖਾਲਾ ਜੀ ਦਾ ਵਾੜਾ ਨਹੀਂ ਜਿਹਨੂੰ ਰਹਿ ਗਿਆ, ਜਿਹਨੂੰ ਕਹਿੰਦੇ ਆ ਜੀ। ਸੋ ਉਹ $100 ਜਿਹੜਾ ਰੈਂਟ ਵੱਧ ਗਿਆ, ਬੇਸਿਕਲੀ ਵੀ $100 ਸੇਵਿੰਗ ਦਾ ਕੱਟਿਆ ਗਿਆ ਉਸ ਬੰਦੇ। ਠੀਕ ਹੈ ਜੀ। ਸੋ ਉਹਦੇ ਨਾਲ ਹੋਰ ਵੀ ਬੜੇ ਪੁਆਇੰਟ ਸੀਗੇ ਜਿਹੜੇ ਜੂਡਿਥ ਕੋਲਿਨ ਨੇ ਹਾਈਲਾਈਟ ਕੀਤੇ, ਪਰ ਉਹ ਮੈਂ ਵੇਖਿਆ ਕਿ ਉਹ ਕਿਸੇ ਮੇਨਸਟ੍ਰੀਮ ਮੀਡੀਆ ਵਿੱਚ ਕਿਸੇ ਨੇ ਉਹਨੂੰ ਜ਼ਿਆਦਾ ਤਵੱਜੋ ਨਹੀਂ ਪਬਲਿਸ਼ ਨਹੀਂ ਕੀਤਾ। ਹਾਂਜੀ, ਤੁਸੀਂ ਐਜ਼ ਅ ਰੀਟੇਲਰ ਥੋੜੀ ਬਹੁਤ ਗੱਲ ਆਪਣੇ ਦਿਲ ਦੀ ਕਹਿ ਦਿੱਤੀ ਆ। ਆਉਂਦੇ ਸਮੇਂ 'ਚ ਤੁਸੀਂ ਕੀ ਉਮੀਦ ਕਰਦੇ ਹੋ? ਦੇਖੋ, ਗ੍ਰਾਂਟ ਰੌਬਰਟਸਨ ਆਪਣੇ ਆਪ ਦੇ ਵਿੱਚ ਇੱਕ ਤਜਰਬੇਕਾਰ ਪੋਲੀਟੀਸ਼ੀਅਨ ਆ ਤੇ ਵਪਾਰਕ ਮੁੱਦਿਆਂ ਦੇ ਉੱਤੇ ਉਹਦੀ ਪਕੜ ਬਹੁਤ ਹੈ। ਇਹ ਕਲੇਮ ਕੀਤਾ ਜਾਂਦਾ, ਦਾਅਵਾ ਕੀਤਾ ਜਾਂਦਾ ਗ੍ਰਾਂਟ ਰੌਬਰਟਸਨ ਦਾ ਇਹ ਚੌਥਾ ਸਾਲਾਨਾ ਬਜਟ ਸੀ ਤੇ ਅੱਗੋਂ 2 ਹੋਰ ਬਜਟ ਜਿਹੜੇ ਆ ਉਹ ਸੰਭਾਵਨਾ ਕਿ ਉਹੀ ਪੇਸ਼ ਕਰਨਗੇ, ਜਿਹੜੀ ਉਹਨਾਂ ਦੀ ਸੀਨੀਅਰਟੀ ਜਾਂ ਜੇ ਪੋਰਟਫੋਲੀਓ ਦੇਖਦੇ ਆ। ਨੈਸ਼ਨਲ ਦੇ ਵਿੱਚ ਜਿਹੜੇ ਉਹਨਾਂ ਦੇ ਹਮ ਰੁਤਬਾ ਨੇ, ਜਿਵੇਂ ਸ਼ੈਡੋ ਮਿਨਿਸਟਰ ਹੁੰਦੇ ਨੇ, ਉਹਨਾਂ ਦਾ ਇਹਦੇ ਉੱਤੇ ਕੀ ਕਥਨ ਹੈ, ਕੀ ਟਿੱਪਣੀ ਹੈ? ਵਾਕਈ ਇਹ ਇੱਕ ਵੈਲਬੀਇੰਗ ਬਜਟ ਸੀਗਾ ਜਿਹਦੇ ਵਿੱਚ ਓਵਰਆਲ ਨੇਸ਼ਨ ਵਾਈਡ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਇੱਕ ਉਸ এনवायरमेंट 'ਚ ਮਹਿਸੂਸ ਕਰਦੇ ਨੇ ਜਿੱਥੇ ਉਹ ਖੁੱਲ੍ਹ ਕੇ ਸਾਹ ਲੈ ਸਕਣ, ਜਿੱਥੇ ਉਹ ਘੱਟੋ ਘੱਟ 2 ਵਕਤ ਦੀ ਰੋਟੀ ਚੱਜ ਨਾਲ ਖਾ ਸਕਣ? ਵੇਖੋ, ਜਿਹੜੇ ਜਿੱਦਾਂ ਤੁਸੀਂ ਨੈਸ਼ਨਲ ਪਾਰਟੀ ਤੇ ਕੀਤਾ, ਸ਼ੈਡੋ ਮਿਨਿਸਟਰ ਐਂਡਰਿਊ ਬੇਲੀ ਨੇ ਜਿਹੜੇ ਪਾਪਾਕੋਰੋ ਦੇ ਐਮਪੀ ਨੇ, ਉਹਨਾਂ ਨੇ ਕਾਫੀ ਟਿੱਪਣੀਆਂ ਕੀਤੀਆਂ ਸੀ ਜੀ ਇਸ ਚੀਜ਼ ਤੇ ਕਿ ਉਹ ਜੇ ਉਹ ਪਾਵਰ 'ਚ ਹੁੰਦੀ ਨੈਸ਼ਨਲ ਪਾਰਟੀ ਤੇ ਉਹ ਫਾਈਨੈਂਸ ਮਿਨਿਸਟਰ ਹੁੰਦੇ ਤਾਂ ਕੀ ਲੈ ਕੇ ਆਉਂਦੇ ਬਿਜ਼ਨਸ ਲਈ। ਓਬਵੀਅਸਲੀ ਨੈਸ਼ਨਲ ਪਾਰਟੀ ਬਿਜ਼ਨਸ ਨੂੰ ਸਪੋਰਟ ਕਰਦੀ ਹੈ ਜੀ। ਜੌਬ ਜਿਹੜੀ ਇਸ ਵੇਲੇ ਕ੍ਰੀਏਟ ਕਰਨ ਦੀ ਲੋੜ ਆ, ਉਹਦੇ ਤੇ ਕੋਈ ਐਫਰਟ ਨਹੀਂ ਕੀਤੀ ਗਈ। ਬੈਨੀਫਿਟ ਜ਼ਰੂਰ ਵਧਾਇਆ ਗਿਆ, ਪਰ ਜੌਬ ਕ੍ਰੀਏਟ ਕਰਨ ਬਾਰੇ ਕੋਈ ਐਫਰਟ ਨਹੀਂ ਕੀਤੀਆਂ ਗਈਆਂ। ਉਹਨਾਂ ਨੇ ਜਿਹੜੀ ਫੰਡਿੰਗ ਹੋਰ ਵੱਲੋਂ ਗੱਲ ਕੀਤੀ ਸੀ ਵੀ ਇਨਫਰਾਸਟ੍ਰਕਚਰ ਵੱਲੋਂ, ਹਾਊਸਿੰਗ ਜਿਹੜੀ ਕਿ ਇਸ ਵੇਲੇ ਬਹੁਤ ਸਟਰਗਲ ਕਰ ਰਹੀ ਆ। ਈਵੀ ਬਿਲਡ ਜਿਹੜੇ ਆ ਹਾਲੇ ਤੱਕ ਸਿਰਫ 871 ਘਰ ਜਿਹੜੇ ਡਿਲੀਵਰ ਹੋਏ ਨੇ, ਹਾਲਾਂਕਿ ਹੁਣੇ ਕਿੰਨੇ ਚਿਰਾਂ ਤੋਂ ਪ੍ਰਚਾਰ ਚੱਲ ਰਿਹਾ, ਹੁਣੇ ਹਜ਼ਾਰਾਂ ਵਿੱਚ ਚਾਹੀਦੇ ਸੀਗੇ, ਹਾਲੇ 871 ਘਰ ਡਿਲੀਵਰ ਹੋਏ ਨੇ। ਪ੍ਰੋਡਕਸ਼ਨ ਕਾਸਟ ਜਿਹੜੀ ਆ ਉਹ ਬਿਜ਼ਨਸ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਇਸ ਵੇਲੇ, ਉਹਨੂੰ ਘੱਟ ਕਰਨ ਲਈ ਨੈਸ਼ਨਲ ਪਾਰਟੀ ਦੇ ਜਿਹੜੇ ਜੇ ਪਾਲਿਸੀ ਹੁੰਦੀ ਹੈ, ਜਿਹੜੀ ਜੇ ਪਾਵਰ ਵਿੱਚ ਹੁੰਦੇ ਤਾਂ ਕੀ ਲੈ ਕੇ ਆਉਂਦੇ। ਸੋ ਇਹਦੇ ਨਾਲ ਬੜੇ ਹੋਰ ਪੁਆਇੰਟ ਸੀਗੇ ਜਿਹੜੇ ਨੈਸ਼ਨਲ ਪਾਰਟੀ ਦੀ ਸਰਕਾਰ ਹੁੰਦੀ ਤੇ ਉਹ ਸ਼ਾਇਦ ਬਜਟ ਦੀ ਰੂਪਰੇਖਾ ਡਿਫਰੈਂਟ ਹੋਣੀ ਸੀ। ਅੱਛਾ, ਜੇ ਨੈਸ਼ਨਲ ਦੀ ਪਾਰਟੀ ਦੀ ਸਰਕਾਰ, ਵੈਸੇ ਇਸ ਵਕਤ ਜਿਹੜੀ ਲਹਿਰ ਚੱਲੀ ਉਹ ਕਿਸੇ ਤੋਂ ਲੁਕ-ਛਿਪੀ ਨਹੀਂ। ਹਾਂਜੀ, ਮੇਰਾ ਇਹ ਮੰਨਣਾ ਹੈ ਕਿ ਜੇਕਰ ਸਰਕਾਰਾਂ ਜਿਹੜੀਆਂ ਉਹਨਾਂ ਦੇ ਉੱਤੇ ਲਗਾਤਾਰ ਪੋਲੀਟੀਕਲ ਤੇ ਨਾਨ ਪੋਲੀਟੀਕਲ ਦਬਾਅ ਬਣਿਆ ਰਹੇ, ਜਿਹੜਾ ਕਿ ਬੜਾ ਲਾਜ਼ਮੀ ਹੁੰਦਾ ਹਰੇਕ ਮੁਲਕ ਦੇ ਵਾਸਤੇ, ਉੱਥੋਂ ਦੇ ਸਮਾਜ ਦੀ ਭਲਾਈ ਦੇ ਵਾਸਤੇ,
ਹੁਣ ਜਦੋਂ ਤੁਸੀਂ ਦੇਖਦੇ ਹੋ ਓਵਰਆਲ ਜਿਹੜੇ ਹਾਲਾਤ ਨੇ ਉਹਨਾਂ ਨੂੰ ਲੈ ਕੇ, ਜਦੋਂ ਹਰਮਨ ਪਿਆਰਤਾ ਦੇ ਗ੍ਰਾਫ ਵੱਲ ਨਜ਼ਰ ਜਾਂਦੀ ਆ, ਵਿਅਕਤੀਗਤ ਤੌਰ ਦੇ ਉੱਤੇ ਨਜ਼ਰ ਜਾਂਦੀ ਆ, ਕੀ ਲੱਗਦਾ ਤੁਹਾਨੂੰ ਅਗਲੀ ਵਾਰ ਕਿਹਦਾ ਨੰਬਰ ਲੱਗ ਸਕਦਾ? ਵੇਖੋ, ਮੈਂ ਬਹੁਤ ਜ਼ਿਆਦਾ ਕੌਨਫੀਡੈਂਟ ਹਾਂ, ਮੈਂ ਬੜਾ ਪੋਜ਼ਿਟਿਵ ਰਹਿਣ ਵਾਲਾ ਬੰਦਾ। ਮੈਨੂੰ ਫੁੱਲ ਕੌਨਫੀਡੈਂਟ ਹੈ ਕਿ ਜਿਸ ਹਿਸਾਬ ਦੇ ਨਾਲ ਕਿਉਂਕਿ ਜਿਹੜੀ ਕੋਵਿਡ ਦੀ ਜਿਹੜੀ ਲੋਕਪ੍ਰਿਯਤਾ ਸੀਗੀ ਨਾ ਜੀ, ਉਹ ਹੁਣ ਜਾਂਦੀ ਲੱਗ ਰਹੀ ਹੈ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਦੀ, ਕਿਉਂਕਿ ਉਹ ਉਸ ਦੇ ਦੌਰਾਨ ਜਿਹੜੀ 2020 ਦੀ ਇਲੈਕਸ਼ਨ ਉਹਦੇ ਬੇਸ ਤੇ ਲੜੀ ਗਈ ਸੀਗੀ। ਉਹ ਹੁਣ ਲੋਕਪ੍ਰਿਯਤਾ ਘੱਟ ਹੁੰਦੀ ਜਾ ਰਹੀ ਹੈ। ਹੁਣ ਗੱਲ ਆਉਣੀ ਅਸਲੀ ਮੁੱਦਿਆਂ ਦੀ। ਮੁੱਦਿਆਂ ਦੇ ਆਧਾਰ ਤੇ 2023 ਦੀ ਇਲੈਕਸ਼ਨਾਂ ਲੜੀਆਂ ਜਾਣਗੀਆਂ, ਬਿਲਕੁਲ ਡਿਲੀਵਰੀ ਦੇ ਆਧਾਰ ਤੇ ਵੀ ਕੀ ਡਿਲੀਵਰ ਕੀਤਾ ਗਿਆ। ਮੈਂ ਉਸ ਪੱਖ ਦੇ ਪੁਆਇੰਟ ਆਫ ਨਾਲ ਸੋਚਾਂ ਤੇ ਨੈਸ਼ਨਲ ਪਾਰਟੀ ਬਹੁਤ ਹੀ ਜ਼ਿਆਦਾ ਮੈਂ ਪੋਜ਼ਿਟਿਵ ਹੈ ਕਿ ਆਪ ਸਰਕਾਰ ਵਿੱਚ ਆਏਗੀ। ਤੇ ਐਜ਼ ਅ ਬਿਜ਼ਨਸਮੈਨ ਐਂਡ ਐਜ਼ ਅ ਕਮਿਊਨਿਟੀ ਪਰਸਨ ਆਈ ਥਿੰਕ ਇਹ ਤੋਂ ਵੱਡੀ ਖੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ ਵੀ ਸਾਨੂੰ ਉਹ ਸਰਕਾਰ ਆਵੇ ਜਿਹੜੀ ਸਾਨੂੰ ਅਗਾਹਾਂ ਲੈ ਕੇ ਜਾਵੇ। ਠੀਕ ਹੈ, ਸਾਨੂੰ ਪਿੱਛੇ 1970 ਵੱਲ ਨਾ ਲੈ ਕੇ ਜਾਵੇ ਕਿ ਜਿੱਥੇ ਬੈਨੀਫਿਟ ਬਾਰੇ ਪ੍ਰੋਗਰਾਮ ਚਾਲੂ ਹੋਇਆ ਸੀਗਾ ਤੇ ਉਹਨੂੰ ਅੱਜ ਵੀ ਆਪਾਂ ਵਧਾ ਰਹੇ, ਆਪਾਂ ਨੂੰ ਅੱਗੇ ਲੈ ਕੇ ਜਾਣ ਬਾਰੇ ਆਵੇ। ਸੋ ਉਹਦੇ ਬਾਰੇ ਮੈਂ ਬੜਾ ਇਹ ਆ ਕਿ ਮੇਰੇ ਬਿਜ਼ਨਸ ਨੂੰ 10 ਸਿਕ ਲੀਵਾਂ ਪੇ ਕਰਨ ਦੀ ਲੋੜ ਨਹੀਂ ਸੀਗੀ। ਹੁਣ ਤੁਸੀਂ ਪੁਆਇੰਟ ਤੇ ਆਏ ਆ, ਇਸ ਵੇਲੇ ਮੇਰੇ ਬਿਜ਼ਨਸ ਨੂੰ ਜਾਂ ਜਿੰਨੇ ਵੀ ਬਿਜ਼ਨਸਮੈਨ ਨੇ ਭਾਜੀ 10 ਸਿਕ ਲੀਵ ਨਹੀਂ ਕਰਨ ਦੀ ਲੋੜ ਸੀਗੀ। ਤੁਸੀਂ ਮਿਨੀਮਮ ਵੇਜ ਵੀ $20 ਵਧਾਤੀ ਆ, 10 ਸਿਕ ਲੀਵ ਵੀ ਕਰ ਦਿੱਤੀਆਂ ਨੇ, ਟੈਕਸ ਬ੍ਰੈਕਟ ਵੀ ਵਧਾ ਦਿੱਤੀ ਆ। ਕੀ ਮੈਂ ਉਹਦੇ ਤੋਂ ਕੀ ਆਸ ਕਰਾਂ ਕਿ ਤੁਸੀਂ ਇਹ ਐਂਟੀ ਬਿਜ਼ਨਸ ਇੱਕ ਲਹਿਰ ਚੱਲ ਗਈ ਹੈ ਜਿਹੜੀ ਪਿਛਲੇ 3-4 ਸਾਲ ਤੋਂ ਜਦੋਂ ਦੀ ਲੇਬਰ ਪਾਰਟੀ ਗਵਰਨਮੈਂਟ ਵਿੱਚ ਹੈਗੀ। ਸੋ ਇਹ ਥੋੜਾ ਜਿਹਾ ਇੱਕ ਮੰਦਭਾਗਾ ਹੈ ਬਿਜ਼ਨਸਮੈਨ ਕਮਿਊਨਿਟੀ ਲਈ। ਬਟ ਜੀ ਸਵਾਲ ਆਇਆ ਜੀ ਕੇਵਲ ਸਿੰਘ, ਉਸ ਤੋਂ ਪਹਿਲਾਂ ਗੁਰਬੀਰ ਸਿੰਘ ਸੋਢੀ, ਸਾਡਾ ਇੱਕ ਮਿੱਤਰ ਪਿਆਰਾ, ਤੁਹਾਡੇ ਨੂੰ ਪੱਗ ਬਹੁਤ ਸੋਹਣੀ ਬੰਨ੍ਹਦਾ, ਉਹ ਕਹਿੰਦਾ ਕਿਵਰਾ ਵੀਰੋ, ਤੇ HS ਭੁਗਤਾਣਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਿਹਾ। ਕੇਵਲ ਸਿੰਘ ਪਰਮਾਰ ਨੇ ਪੁੱਛਦੇ, ਸਰ ਵਾਟ ਡੂ ਯੂ ਥਿੰਕ ਅਬਾਊਟ ਸੈਲਰੀ ਫਰੋਜ਼ਨ ਆਫ ਪਬਲਿਕ ਸਰਵੈਂਟਸ ਫॉर 3 years? ਵੇਖੋ, ਇਹ ਜਿਹੜੀ ਇਹ ਬਾਤ ਵਿੱਚ ਰਿਵਰਸ ਵੀ ਕੀਤਾ ਗਿਆ ਲੇਬਰ ਪਾਰਟੀ ਵੱਲੋਂ। ਮੈਨੂੰ ਲੱਗਦਾ ਕੋਈ ਇਹਦੇ ਵਿੱਚ ਪਲੈਨਿੰਗ ਨਹੀਂ ਸੀਗੀ, ਕੋਈ ਸੋਚ ਸਮਝ ਨਹੀਂ ਸੀਗੀ ਜੀ ਵੀ ਤੁਸੀਂ ਕਿੱਦਾਂ ਇਹ ਪਾਲਿਸੀਆਂ ਲੈ ਕੇ ਆ ਰਹੇ ਜੇ। ਤੇ ਉਹਦੇ ਵਿੱਚ ਸਾਨੂੰ ਆਈ ਥਿੰਕ ਐਜ਼ ਅ ਕਮਿਊਨਿਟੀ ਜਾਂ ਐਜ਼ ਅ ਲੇਬਰ ਜਿਹੜੇ ਵੀ ਆਪਣੀ ਉਸ ਸੈਕਟਰ ਦੇ ਵਿੱਚ ਨੇ, ਉਹਨਾਂ ਨੇ ਇੱਕ ਬੜੇ ਵਧੀਆ ਮੁੱਦੇ ਜਿਹੜੇ ਪੁਆਇੰਟ ਉਠਾਏ ਸੀਗੇ ਤੇ ਉਹਨੂੰ ਮੱਦੇਨਜ਼ਰ ਆਈ ਥਿੰਕ ਅਹਿਸਾਸ ਹੋਇਆ ਰੂਲਿੰਗ ਪਾਰਟੀ ਨੂੰ ਕਿ ਕੀ ਅਸੀਂ ਕਰ ਬੈਠੇ। ਅੱਗੇ ਫਿਊਚਰ ਕੀ ਲੱਗਦਾ ਮੁਲਕ ਦਾ, ਜਦੋਂ ਖਾਸ ਤੌਰ ਤੇ ਛੋਟੇ ਤੇ ਮੱਧਮ ਦਰਜੇ ਦੇ ਵਪਾਰ ਦੇ ਵਿੱਚ ਤੁਸੀਂ ਖੁਦ ਸ਼ਾਮਲ ਹੋ, ਕਿਵੇਂ ਫਿਊਚਰ ਦੇਖਦੇ ਹੋ? ਕਿਉਂਕਿ ਇਸ ਤੋਂ ਪਹਿਲਾਂ ਆਪਣੀ ਆਫ ਏਅਰ ਗੱਲਾਂ ਹੋ ਰਹੀਆਂ ਸੀ, ਮੇਰੇ ਬਹੁਤ ਸਾਰੇ ਮਿੱਤਰ ਹਾਰਟੀਕਲਚਰ ਇੰਡਸਟਰੀ ਦੇ ਵਿੱਚ ਸ਼ਾਮਲ ਨੇ, ਹਸਪਿਟੈਲਿਟੀ ਦੇ ਵਿੱਚ ਸਾਡੀ ਆਪਣੀ ਰਿਸ਼ਤੇਦਾਰੀ ਦੇ ਬਹੁਤ ਲੋਕ ਸ਼ਾਮਲ ਨੇ, ਔਰ ਉਹਨਾਂ ਦੇ ਕੋਲ ਹਰ ਵਕਤ ਕਾਬਲ ਬੰਦਿਆਂ ਦੀ ਥੋੜ੍ਹ ਰਹਿੰਦੀ ਆ। ਇਹ ਜਿਹੜਾ ਗੈਪ ਆ ਇਹਨੂੰ ਕਿਵੇਂ ਫਿਲ ਕੀਤਾ ਜਾ ਸਕਦਾ? ਹੁਣ ਰੋਬਰਟ ਤਾਂ ਹਰੇਕ ਤਾਂ ਲੱਗਣੇ ਨਹੀਂ ਭਾਂਡੇ ਨਾ ਜੀ, ਨਾ ਵੇਖੋ, ਇਹ ਗੈਪ ਜਿਹੜਾ ਜੀ ਇਹ ਇਮੀਗ੍ਰੈਂਟ ਹੀ ਪੂਰਾ ਕਰਦਾ ਸੀਗਾ। ਜਿਹੜੀ ਇਨਫਲਕਸ ਹੋਇਆ ਹੈ ਪਿਛਲੇ 10 ਸਾਲਾਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜੀ, ਉਹਨੇ ਇੱਕ ਬਿਜ਼ਨਸਿਸ ਨੂੰ ਉਹ ਇੱਕ ਗੈਪ ਜਿਹੜਾ ਸੀਗਾ ਕਿ ਜਿੱਥੇ ਸਕਿਲਡ ਲੇਬਰ ਵੀ ਹੈਗੀ ਆ, ਜਿੱਥੇ ਜਿਹੜਾ ਹੈਗਾ ਆ ਹਾਈ ਸਕਿਲਡ ਉਹ ਵੀ ਬੰਦਾ ਹੈਗਾ ਆ, ਪਰ ਜਿਹੜੀਆਂ ਬਹੁਤ ਸਾਰੀਆਂ ਜੌਬਸ ਨੇ ਜਿਹੜੀਆਂ ਲੋ ਸਕਿਲ ਨੇ, ਲੋ ਸਕਿਲ ਜਿਹੜਾ ਆ ਉਹ ਨਿਊਜ਼ੀਲੈਂਡਰ ਪ੍ਰੈਫਰ ਹੀ ਨਹੀਂ ਕਰਦਾ। ਉਹਨੂੰ ਇੰਨੀ ਬੁਰੀ ਤਰ੍ਹਾਂ ਇਗਨੋਰ ਕਰਨਾ, ਮੈਨੂੰ ਲੱਗਦਾ ਇਹ ਕੰਟਰੀ ਕਿੱਦਾਂ ਫਿਰ ਅੱਗੋਂ ਸਰਵਾਈਵ ਕਰੂਗੀ। ਵੇਖੋ ਜੀ, ਉਹ ਤੋਂ ਬਿਨਾਂ ਆਈ ਥਿੰਕ ਸਮਾਲ ਬਿਜ਼ਨਸਿਸ ਦਾ ਆਪਰੇਟ ਕਰਨਾ, ਜਿਹੜਾ 20 ਤੋਂ ਬੰਦਾ ਘੱਟ EMPLOY ਕਰ ਰਹੇ ਨੇ, ਉਹਨਾਂ ਲਈ ਤੇ ਇੱਕ ਤਰ੍ਹਾਂ ਦਾ ਇੱਕ ਚੈਨਲ ਹੀ ਬੰਦ ਹੋ ਗਿਆ ਸਾਡੇ ਲਈ। ਐਂਡ ਉਹ ਕਹਿ ਰਹੇ ਆ ਕਿ ਹੁਣ ਅਸੀਂ ਉਹ ਕਮਿਊਨਿਟੀ ਲੈ ਕੇ ਨਹੀਂ ਆਉਣੀ ਲੋ ਸਕਿਲ ਵਾਲੀ, ਅਸੀਂ ਤੇ ਇਨਵੈਸਟਰਸ ਨੂੰ ਟਾਰਗੇਟ ਕਰਨਾ। ਪਰ ਇਨਵੈਸਟਰ ਵੀ ਆ ਕੇ ਬਿਜ਼ਨਸ ਕਰਨਗੇ ਤਾਂ ਬੰਦੇ ਕਿੱਥੋਂ ਲੈ ਕੇ ਆਉਣਗੇ? ਸੋ ਬਾਅਦ ਵਿੱਚ ਉਹਨਾਂ ਨੂੰ 40 ਫਰਿੱਜਾਂ ਕਹਿ ਕੇ ਫਿਰ ਇਕਨੋਮਿਕ ਕੰਪੋਨੈਂਟ ਬਣਾ ਕੇ ਸਿਰਫ ਵਰਤੋ ਉਹਨਾਂ ਨੂੰ। ਰੋਕ ਲਿਖ ਰਿਹਾ ਜੀ, ਕਹਿੰਦੇ ਸਰ, ਐਜ਼ ਲੇਬਰ ਪਾਰਟੀ ਹੈਜ਼ ਅਨਾਉਂਸਡ ਦੈਟ ਦੇ ਡੋਂਟ ਹੈਵ ਇਨਫ ਇਮੀਗ੍ਰੇਸ਼ਨ ਆਫਿਸਰਸ, so is there any portion in this budget that government can hire more immigration officers to run immigration matters smoothly? ਇਹ ਬੜਾ ਵਧੀਆ ਪੁਆਇੰਟ ਭਾਜੀ ਨੇ ਰੇਸ ਕੀਤਾ, ਪਰ ਆਈ ਥਿੰਕ ਇਮੀਗ੍ਰੇਸ਼ਨ ਆਫਿਸਰ ਬਹੁਤ ਨੇ ਇਹਨਾਂ ਕੋਲ, ਕਮੀ ਉਹਦੀ ਨਹੀਂ ਗੀ। ਅੱਛਾ, ਇਮੀਗ੍ਰੇਸ਼ਨ ਆਫਿਸਰ ਦੀ ਜਿਹੜੀ ਇੱਕ ਜੌਬ ਪ੍ਰੋਫਾਈਲ ਹੈ ਜੀ, ਉਹ ਮਿਨੀਮਮ ਵੇਜ ਤੇ ਵੀ ਕੰਮ ਕਰਦੇ ਨੇ। ਠੀਕ ਹੈ ਜੀ, ਪਰ ਪ੍ਰੋਬਲਮ ਕੀ ਆ, ਜਿਹੜੇ ਐਫੀਸ਼ੀਐਂਟ ਇਮੀਗ੍ਰੇਸ਼ਨ ਆਫਿਸਰਸ ਨੇ ਜਾਂ ਜਿਹੜੇ ਇਮੀਗ੍ਰੇਸ਼ਨ ਆਫਿਸਰ ਐਕਚੁਅਲੀ ਡਿਸੀਜਨ ਮੇਕਿੰਗ ਕਰਦੇ ਨੇ, ਲਕੀਰ ਦੇ ਫਕੀਰ ਹੀ ਨਹੀਂ ਕਰਦੇ, ਉਹ ਪ੍ਰੋਬਲਮ ਉੱਥੇ ਹੈਗੀ ਆ। ਤੁਸੀਂ ਵੇਖੋ, ਅੱਜ ਨਿਊਜ਼ੀਲੈਂਡ ਵਿੱਚ ਨਾ ਤਾਂ ਰੈਜ਼ੀਡੈਂਸੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀ ਹੈ, ਨਾ ਹੀ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਹੋ ਰਹੀ ਹੈ, ਬੰਦ ਹੋਈ ਪਈ ਆ। ਇੱਕ ਵਰਕ ਵੀਜ਼ਾ ਅਪਰੂਵ ਕਰਨ ਲਈ ਇਹਨਾਂ ਨੂੰ 3 ਮਹੀਨੇ ਕਿਉਂ ਲੱਗ ਰਹੇ ਨੇ, ਮੈਨੂੰ ਇਹ ਨਹੀਂ ਸਮਝ ਲੱਗ ਰਹੀ। ਮੈਂ ਖੁਦ ਇਮੀਗ੍ਰੇਸ਼ਨ ਐਡਵਾਈਜ਼ਰ ਹਾਂ, ਮੇਰੇ ਕੇਸਿਸ ਲੱਗੇ ਹੋਏ ਨੇ ਜਿਹੜੇ 3-3 ਮਹੀਨੇ ਤੋਂ ਵਿੱਚ ਵੇਟਿੰਗ ਵਿੱਚ ਨੇ, ਤੇ ਹੈਲੋਕੇਟ ਨਹੀਂ ਹੋਇਆ ਤੱਕ ਇਮੀਗ੍ਰੇਸ਼ਨ ਕੋਈ ਕੇਸ ਆਫਿਸਰ ਨਹੀਂ ਹੈਲੋਕੇਟ। ਕਿਉਂ? ਮੈਨੂੰ ਇਹ ਨਹੀਂ ਸਮਝ ਆ ਰਹੀ ਰੀਜ਼ਨ ਕੀ ਉਹਦੇ ਪਿੱਛੇ। ਆਈ ਥਿੰਕ ਉਹ ਡਿਲਿਬਰੇਟ ਹੈ। ਤੁਸੀਂ ਇੱਕ ਹੋਰ ਵੀਜ਼ਾ ਭੁੱਲ ਗਏ, ਪਾਰਟਨਰਸ਼ਿਪ ਵੀਜ਼ਾ, ਕਈਆਂ ਦੇ ਰਿਸ਼ਤੇ ਟੁੱਟ ਗਏ ਜੀ। ਮੇਰੇ ਕੋਲ ਖੁਦ ਇੱਕ ਬੜਾ ਸੰਗੀਨ ਕੇਸ ਚੱਲ ਰਿਹਾ ਇਸ ਟਾਈਮ ਤੇ, ਜਿਹਦੇ ਤੇ ਫਾਈਟ ਕਰ ਰਿਹਾ ਮੈਂ। ਬਟ ਵੇਖੋ, ਇਹ ਜਿਹੜੇ
ਆਈ ਥਿੰਕ ਇਹ ਡੈਲੀਬਰੇਟ ਨੇ ਭਾਜੀ, ਇਹ ਜਾਣ ਬੁੱਝ ਕੇ ਇਮੀਗ੍ਰੇਸ਼ਨ ਨੰਬਰਸ ਨੂੰ ਘੱਟ ਕਰਨ ਦੀ ਜਿਹੜੀ ਇੱਕ ਚਾਲ ਹੈ ਸੋਚੀ ਸਮਝੀ, ਉਹ ਕਰੰਟ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਨਹੀਂ, ਪਰ ਉਹਦਾ ਅੰਤ ਕਿੱਥੇ ਹੋਏਗਾ? ਵੇਅਰ ਵਿਲ ਦੇ ਐਂਡ ਅਪ? ਐਂਡ ਅਪ ਜੀ ਇਥੋਂ ਦਾ ਸੋਸ਼ਲ ਇਕਨੋਮਿਕ ਕਲਚਰ ਜਿਹੜਾ ਨਿਊਜ਼ੀਲੈਂਡ ਦਾ ਉਹ ਖਰਾਬ ਹੋ ਜਾਣਾ। ਆਬਜੈਕਟਿਵ ਕੀ ਹੈ? ਆਬਜੈਕਟਿਵ ਕੀ ਹੈ ਇਮੀਗ੍ਰੇਸ਼ਨ ਪਾਲਿਸੀ ਦਾ? ਪਾਰਟਨਰਸ਼ਿਪ ਵੀਜ਼ਾ ਕੈਟਾਗਰੀ ਦਾ ਆਬਜੈਕਟਿਵ ਇਹ ਹੈ ਕਿ ਫੈਮਿਲੀਜ਼ ਨੂੰ ਇਕੱਠਿਆਂ ਕਰਨਾ। ਆਫ ਕੋਰਸ ਜਿਹੜਾ ਕਿ ਹੱਕ ਹੈ ਉਹਨਾਂ ਦਾ ਉਹ ਬੁਨਿਆਦੀ ਤੇ ਹੱਕ ਡਿਫਾਈ ਹੋ ਗਿਆ। ਮੈਂ ਤੁਹਾਨੂੰ ਮਨੁੱਖੀ ਹੱਕਾਂ ਤੋਂ ਵੀ ਦੇਖਦਾ, ਕੱਲੇ ਇਮੀਗ੍ਰੇਸ਼ਨ ਐਂਗਲ ਤੋਂ ਨਹੀਂ ਉਹ ਤੇ ਦੇਖਦਾ ਡਿਫਾਈ ਹੋ ਗਿਆ ਆਬਜੈਕਟਿਵ ਜਿਹੜਾ ਜੀ। ਵਰਕ ਵੀਜ਼ੇ ਦਾ ਜਾਂ ਜਿਹੜੇ ਹੋਰ ਕੈਟਾਗਰੀਜ਼ ਨੇ ਸਕਿਲਡ ਮਾਈਗ੍ਰੈਂਟ ਵਾਲੀਆਂ, ਉਹਨਾਂ ਦਾ ਆਬਜੈਕਟਿਵ ਹੈ ਕਿ ਬਿਜ਼ਨੈਸਸ ਨੂੰ ਉਹ ਸਟਾਫ ਅਰੇਂਜ ਕੀਤਾ ਜਾਵੇ ਜਿਹੜਾ ਨਿਊਜ਼ੀਲੈਂਡ 'ਚ ਅਵੇਲੇਬਲ ਨਹੀਂ ਹੈਗਾ। ਐਗਜ਼ੈਕਟਲੀ, ਉਹ ਵੀ ਡਿਫਾਈ ਹੋ ਗਿਆ ਜੀ। ਸੋ ਇਸ ਕਰਕੇ ਮੈਨੂੰ ਨਹੀਂ ਲੱਗ ਰਿਹਾ ਕਿ ਕਿਸੇ ਇੱਕ ਐਂਗਲ ਤੋਂ ਵੀ ਇਮੀਗ੍ਰੇਸ਼ਨ ਪਾਲਿਸੀਜ਼ ਜਿਹੜੀਆਂ ਨਿਊਜ਼ੀਲੈਂਡ ਦੀਆਂ ਕਰੰਟਲੀ ਹੈਗੀਆਂ ਨੇ ਜੀ, ਉਹ ਕਿਸੇ ਵੀ ਕਿਸਮ ਨਾਲ ਨਿਊਜ਼ੀਲੈਂਡ ਦਾ ਫੇਵਰ ਕਰ ਰਹੀਆਂ ਨੇ, ਜੀ। ਬਿਲਕੁਲ ਅਗੇਂਸਟ ਚੱਲ ਰਹੀਆਂ ਨੇ। ਸਾਡੇ ਨਾਲ ਕੁਝ ਸਰੋਤੇ ਹੋਣਾ ਚਾਹੁੰਦੇ ਨੇ, ਲੇਕਿਨ ਸਮਾਂ ਜਿਹੜਾ ਪਹਿਲੇ ਉੱਪਰ ਹੋ ਗਿਆ। ਮੈਂ ਜੋ ਅਜੇ ਬੱਲ ਹੋਣਾ ਦੇ ਨਾਲ ਟਾਈਮ ਦੀ ਕਮਿਟਮੈਂਟ ਕੀਤੀ ਸੀ ਉਸ ਤੋਂ ਥੋੜਾ ਉੱਪਰ ਚੱਲ ਰਿਹਾ, ਇਸ ਕਰਕੇ ਮੈਂ ਫੋਨ ਕਾਲਸ ਨਹੀਂ ਲੈ ਸਕਾਂਗਾ। ਉਹਦੇ ਲਈ ਮੈਂ ਮਾਜ਼ਰਤ ਚਾਹੁੰਦਾ, ਗੁਸਤਾਖੀ ਦੀ ਮਾਫੀ। ਅਜੇ ਬੱਲ ਜੀ, ਆਖਰ ਦੇ ਵਿੱਚ ਕੀ ਸੁਨੇਹਾ, ਕਿਉਂਕਿ ਇਸ ਵਕਤ ਜੋ ਹਾਲਾਤ ਨੇ, ਜਿਹੜਾ ਆਫਸ਼ੋਰ ਸਟਕ ਮਾਈਗ੍ਰੈਂਟ ਆ ਜਾਂ ਇੱਥੋਂ ਦਾ ਔਨਸ਼ੋਰ ਐਪਲੀਕੈਂਟ ਵੀ ਆ, ਉਹ ਇਹ ਮਹਿਸੂਸ ਕਰਦਾ ਵੀ ਇਸ ਸਾਰੇ ਮਾਮਲੇ ਨੂੰ ਲੈ ਕੇ ਗ੍ਰੀਨ ਪਾਰਟੀ ਵਾਲਿਆਂ ਨੇ, ਐਕਟ ਪਾਰਟੀ ਵਾਲਿਆਂ ਨੇ ਵੀ ਕੋਈ ਬਹੁਤੀ ਦੁਹਾਈ ਪਾਈ ਨਹੀਂ। ਵਜ੍ਹਾ ਕੀ ਰਹੀ? ਆਈ ਥਿੰਕ ਉਹਨਾਂ ਦੇ ਜਿਹੜੇ ਗ੍ਰੀਨ ਪਾਰਟੀ ਦੇ ਤੇ ਚਲੋ ਮੁੱਦੇ ਹੀ ਹੋਰ ਨੇ, ਉਹ ਤੇ ਜ਼ਿਆਦਾ ਉਹਨਾਂ ਨੂੰ ਵੈਸੇ ਵੀ ਇਮੀਗ੍ਰੈਂਟਸ ਜਾਂ ਬਿਜ਼ਨੈਸਿਸ ਨਾਲ ਬਹੁਤਾ ਕੁਝ ਲੈਣ ਦੇਣ ਨਹੀਂ ਹੈਗਾ। ਐਕਟ ਜਿਹੜੀ ਆ ਉਹ ਹਮੇਸ਼ਾ ਬਿਜ਼ਨਸ ਵੱਲੋਂ ਗੱਲ ਕਰਦੀ ਹੈ, ਇਸ ਕਰਕੇ ਉਹਦੀਆਂ ਥੋੜ੍ਹੀਆਂ ਜਿਹੜੀਆਂ ਅਲਾਈਅੰਸਿਸ ਨੇ ਉਹ ਨੈਸ਼ਨਲ ਪਾਰਟੀ ਦੇ ਨਾਲ ਕਾਫੀ ਮਿਲਦੀਆਂ ਵੀ ਨੇ। ਹਾਂਜੀ, ਨੈਸ਼ਨਲ ਪਾਰਟੀ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਇਮੀਗ੍ਰੇਸ਼ਨ ਦੇ ਹੱਕ ਵਿੱਚ। ਆਈ ਥਿੰਕ ਜਿੰਨਾ ਵੀ ਪਿੱਛੇ ਥੋੜਾ ਬਹੁਤ ਇੱਕ ਥੋੜੀ ਜੀ ਜਿਹੜੀ ਸਵਾਲ ਪੁੱਛੇ ਗਏ ਨੇ ਇਮੀਗ੍ਰੇਸ਼ਨ ਮਿਨਿਸਟਰ ਨੂੰ, ਉਹ ਐਰਿਕਾ ਸਟੈਨਫੋਰਡ ਨੇ ਬੜਾ ਇਨੀਸ਼ੀਏਟਿਵ ਲਿਆ ਤੇ ਅਸੀਂ ਬੜਾ, ਆਈ ਥਿੰਕ ਮੈਂ ਬੜਾ ਧੰਨਵਾਦ ਆ ਉਹਨਾਂ ਦਾ ਕਿ ਉਹਨਾਂ ਨੇ ਥੋੜਾ ਜਿਹਾ ਇੱਕ ਮੁੱਦੇ ਨੂੰ ਜਿਹੜਾ ਟੱਚ ਕੀਤਾ। ਬੜਾ ਸੈਂਸਿਟਿਵ ਮੁੱਦਾ ਹੋ ਚੁੱਕਿਆ ਜੀ ਸਾਡੇ ਲਈ, ਐਂਡ ਪਿਛਲੇ 3 ਸਾਲ ਤੋਂ ਅਸੀਂ ਫਾਈਟ ਕਰ ਰਹੇ ਹਾਂ ਇਹਦੇ ਲਈ। ਕੋਵਿਡ ਤੇ ਇੱਕ ਕਾਰਨ ਬਣ ਗਿਆ, ਇਹਨਾਂ ਨੇ ਕੋਵਿਡ ਨੂੰ ਤੇ ਇੱਕ ਰੀਜ਼ਨ ਬਣਾ ਲਿਆ, ਉਹਨੂੰ ਹੋਰ ਬਹਾਨਾ ਬਣਾ ਲਿਆ, ਬਟ ਇਹ ਮੁੱਦਾ ਤੇ ਸਾਡਾ ਪਿਛਲੇ 3 ਸਾਲ ਤੋਂ ਚੱਲ ਰਿਹਾ ਐਗਜ਼ੈਕਟਲੀ, ਜਿਹੜੇ ਇਮੀਗ੍ਰੈਂਟ ਨੂੰ ਲੈ ਕੇ। ਐਂਡ ਔਨ ਟੌਪ ਆਫ ਦੈਟ ਬਿਜ਼ਨੈਸਿਸ ਜਿਹੜੇ ਉਹ ਵੀ ਕਰਾਈ ਕਰ ਰਹੇ ਆ ਜੀ, ਆਪਾਂ ਨੂੰ ਸਟਾਫ ਲਈ, ਸਕਿਲਡ ਸਟਾਫ ਲਈ ਸਾਨੂੰ ਸਕਿਲਡ ਸਟਾਫ ਨਹੀਂ ਮਿਲ ਰਿਹਾ। ਐਂਡ ਆਪਣੇ ਕੋਲ ਸਮਾਂ ਥੋੜਾ ਨਹੀਂ ਤੇ ਮੇਰੇ ਕੋਲ 15 ਇੰਡਸਟਰੀ ਨੇ ਜਿਹੜੀਆਂ ਮੈਂ ਹਾਈਲਾਈਟ ਕਰ ਸਕਦਾ ਕਿ ਆਪਾਂ ਕਿਸੇ ਵੇਲੇ 2 ਘੰਟੇ ਦਾ ਸ਼ੋਅ ਕਰਦੇ ਹਾਂ ਜਿਹਦੇ ਵਿੱਚ ਪੂਰੀ ਡੀਟੇਲ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ। ਬਿਲਕੁਲ ਕਿ ਇਹ ਜਿਹੜਾ ਮੁਲਕ ਹੈ ਉਹ ਕਿਸ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਔਰ ਆਉਂਦੇ ਸਮਿਆਂ 'ਚ ਇਹਦੇ ਜਿਹੜੇ ਕਨਸੀਕੁਐਂਸਸ ਨੇ ਉਹ ਕਿੰਨੇ ਖਤਰਨਾਕ ਹੋਣ ਵਾਲੇ ਨੇ। ਇਹ ਸਿਰਫ ਤੇ ਸਿਰਫ ਨੱਕਾ ਲਾ ਕੇ ਇਮੀਗ੍ਰੈਂਟਸ ਨੂੰ ਮੋੜਨ ਦਾ ਜਾਂ ਰੋਕਣ ਦਾ ਮਾਮਲਾ ਹੀ ਨਹੀਂ, ਇਸ ਦੇਸ਼ ਦਾ ਜਿਹੜਾ ਫਿਊਚਰ ਹੈ ਇਹ ਉਹਦੇ ਨਾਲ ਕਿਤੇ ਨਾ ਕਿਤੇ ਖੇਡਾਂ ਖੇਡੀਆਂ ਜਾ ਰਹੀਆਂ, ਜਿਹਦੇ ਕਿ ਨਤੀਜੇ ਬਹੁਤ ਸਖਤ ਹੋਣਗੇ। ਔਰ ਇਹਦੇ ਲਈ ਜੇ ਅੱਜ ਅਸੀਂ ਫਿਕਰ ਨਾ ਕੀਤਾ ਤੇ ਕੱਲ ਤੱਕ ਬਹੁਤ ਦੇਰ ਹੋ ਜਾਵੇਗੀ। ਬਿਲਕੁਲ ਜੀ, ਇਹ ਸਾਨੂੰ ਅੱਜ ਸ਼ੁਰੂ ਕਰਨਾ ਪੈਣਾ ਹੈ। ਐਂਡ ਆਈ ਥਿੰਕ ਆਪਾਂ ਆਲਰੇਡੀ ਲੇਟ ਹੈ, ਬਿਲਕੁਲ ਆਲਰੇਡੀ ਲੇਟ ਹੋ ਚੁੱਕੇ ਹਾਂ। ਇਹਦੇ ਲਈ ਸਾਨੂੰ ਸ਼ਾਇਦ ਪਿਛਲੇ 5 ਸਾਲ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀ ਜਾਂ 4 ਸਾਲ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀਗਾ, ਬਟ ਚਲੋ ਜਦੋਂ ਵੀ ਸ਼ੁਰੂ ਕੀਤਾ ਆਈ ਥਿੰਕ ਉਦੋਂ ਹੀ ਸਵੇਰ ਹੈ। ਇਹ ਨਹੀਂ ਕਿ ਬਾਅਦ ਵਿੱਚ ਆਉਣੀ ਹੈ, ਆਪਾਂ ਅੱਜ ਨਹੀਂ ਕਰੀਏ ਕੱਲ ਕਰ ਦਈਏ, ਜਦੋਂ ਕਰਾਂਗੇ ਉਦੋਂ ਹੀ ਆਪਣਾ ਦਿਨ ਚੜ ਜਾਣਾ। ਸ਼ੁਕਰੀਆ ਜੀ, ਅਸੀਂ ਤੁਹਾਡਾ ਇਸ ਸਮੇਂ ਤੋਂ 5-7 ਮਿੰਟ ਵੱਧ ਲੈ ਗਏ ਹਾਂ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ, ਲੇਕਿਨ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਸੱਦੇ ਤੇ ਇੱਥੇ ਪਹੁੰਚੇ। ਨੈਸ਼ਨਲ ਦੇ ਕਾਰਕੁਨ ਹੋਣ ਦੇ ਨਾਤੇ, ਇਸ ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਰੀਟੇਲ ਇੰਡਸਟਰੀ ਦੇ ਵਿੱਚ ਆਪਣਾ ਫਿਊਚਰ ਬਣਾਉਣ ਵਾਲੇ ਮਾਈਗ੍ਰੈਂਟ ਹੋਣ ਦੇ ਨਾਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਯਤਨ ਜਿਹੜੇ ਆ ਡਿਪਲੋਮੈਟਿਕ ਲੈਵਲ ਦੇ ਉੱਤੇ ਜਾਰੀ ਰੱਖੋਗੇ ਤੇ ਜਿੱਥੇ ਕਿਤੇ ਗਰਾਊਂਡ ਲੈਵਲ ਦੇ ਉੱਤੇ ਵੀ ਲੋੜ ਪਈ ਹੋ ਸਕਦਾ ਸਾਨੂੰ ਤੁਹਾਡੇ ਨਾਲ ਝੰਡਾ ਫੜ ਕੇ ਖੜੇ ਹੋਣਾ ਪਵੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।